ਦੱਖਣ ਦੇ ਕਈ ਮੰਦਰਾਂ ਦੇ ਵਿੱਚੋਂ ਤੁਸੀਂ ਸੋਨੇ ਚਾਂਦੀ ਦੇ ਖਜ਼ਾਨੇ ਮਿਲਣ ਦੀਆਂ ਖਬਰਾਂ ਤਾਂ ਜ਼ਰੂਰ ਸੁਣੀਆਂ ਹੋਣਗੀਆਂ। ਅੱਜ ਵੀ ਉਹਨਾਂ ਮੰਦਰਾਂ ਦੇ ਕਈ ਦਰਵਾਜ਼ੇ ਬੰਦ ਹੀ ਪਏ ਨੇ ਜਿਨ੍ਹਾਂ ਪਿੱਛੇ ਬੇਅੰਤ ਖਜ਼ਾਨਾ ਹੋ ਸਕਦਾ ਹੈ, ਪਰ ਸਰਕਾਰਾਂ ਡਰਦੀਆਂ ਉਹਨਾਂ ਦਰਵਾਜ਼ਿਆਂ ਨੂੰ ਖੋਲ੍ਹ ਨਹੀਂ ਪਾ ਰਹੀਆਂ। ਪਰ ਅਜਿਹਾ ਹੀ ਖਜ਼ਾਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਿਲਿਆ। ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਅਜਿਹੀ ਬਖਸ਼ਿਸ਼ ਹੋਈ ਕਿ ਰਾਤੋਂ ਰਾਤ ਕਰੋੜਾਂ ਦਾ ਮਾਲਕ ਬਣਿਆ ਬੰਦਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜਪਦਾ ਸਾਹ ਨਹੀਂ ਲੈ ਰਿਹਾ। ਗੁਰੂ ਸਾਹਿਬ ਦੀ ਬਖਸ਼ਿਸ਼ ਆਪਾਂ ਆਪਣੀ ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਦਰਬਾਰ ਸਾਹਿਬ ਦੀ ਸੇਵਾ ਕਰਕੇ ਮਿਲਿਆ ਖਜ਼ਾਨਾ ਦੇਖ ਕੇ ਅੱਜ ਵੱਡੇ ਵੱਡੇ ਬੰਦਿਆਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਸ਼ਾਮ ਸੁੰਦਰ ਜਿਨ੍ਹਾਂ ਤੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਖਜ਼ਾਨਾ ਮਿਲਿਆ, ਉਹਨਾਂ ਦੱਸਿਆ ਕਿ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਤੱਕ ਮੈਂ ਦਰ-ਦਰ ਭਟਕਦਾ ਸੀ ਤੇ ਰੋਟੀ ਦੇ ਲਈ ਠੋਕਰਾਂ ਖਾ ਰਿਹਾ ਸੀ। ਮੇਰੀ ਉਮਰ 58 ਸਾਲਾਂ ਦੀ ਹੋ ਚੁੱਕੀ ਹੈ। ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਡੇ ਪਿਤਾ ਦਾ ਸ਼ਾਨਦਾਰ ਬਜਾਜੀ ਕੱਪੜੇ ਦਾ ਕਾਰੋਬਾਰ ਸੀ। ਇੱਕ ਸਮੇਂ ਤੇ ਸਾਡੇ ਪਿਤਾ ਦਾ ਨਾਮ ਸ਼ਹਿਰ ਇਲਾਕੇ ਦੇ ਵਿੱਚ ਵੱਜਦਾ ਸੀ। ਮੇਰੇ ਪਿਤਾ ਨੇ ਕਾਫੀ ਪੈਸਾ ਕਮਾਇਆ, ਘਰ-ਬਾਰ ਜ਼ਮੀਨ ਜਾਇਦਾਦਾਂ ਬਣਾਈਆਂ। ਸ਼ਹਿਰ ਦੇ ਵਿੱਚ ਸਾਡੀਆਂ ਕੁੱਲ 3 ਦੁਕਾਨਾਂ ਸਨ ਤੇ ਆਪਾਂ ਆਪਣੇ ਪਿਤਾ ਦੇ 3 ਪੁੱਤਰ ਹਾਂ। ਸਾਡੀ ਸਾਰੀ ਜਵਾਨੀ ਐਸ਼ ਤੇ ਅਮੀਰੀ ਦੇ ਵਿੱਚ ਹੀ ਗੁਜ਼ਰੀ। ਮੇਰੇ ਪਿਤਾ ਚਾਹੇ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ, ਪਰ ਗੁਰੂ ਰਾਮਦਾਸ ਸਾਹਿਬ ਦੇ ਦਰ ਦੇ ਨਾਲ ਉਹਨਾਂ ਦਾ ਖਾਸਾ ਪਿਆਰ ਸੀ। ਮੀਂਹ ਹੋਵੇ ਝੱਖੜ ਹੋਵੇ, ਮੇਰੇ ਪਿਤਾ ਨੇ ਹਰ ਦਿਨ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ ਜ਼ਰੂਰ ਕਰਨੀ ਤੇ ਕਮ ਸੇ ਕਮ 20 ਸਾਲਾਂ ਤੱਕ ਲਗਾਤਾਰ ਉਹਨਾਂ ਨੇ ਇਹ ਸੇਵਾ ਤਨ ਮਨ ਦੇ ਨਾਲ ਨਿਭਾਈ। ਸੋ ਸਮਾਂ ਬਦਲਿਆ ਤੇ ਮੇਰੇ ਪਿਤਾ ਬਿਮਾਰ ਹੋਏ ਤੇ ਸਾਡਾ ਕੋਈ ਪੁਰਾਣਾ ਕਰਮ ਜਾਗ ਗਿਆ। ਸਾਡੀ ਅਮੀਰੀ ਦਾ ਸਫ਼ਰ ਆਪਣੇ ਅੰਤਿਮ ਪੜਾਅ ਦੇ ਉੱਤੇ ਪਹੁੰਚ ਚੁੱਕਿਆ ਸੀ। ਮੇਰੇ ਪਿਤਾ ਦੀ ਮੌਤ ਹੋਈ ਤੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਤੱਕ ਉਹ ਬਿਮਾਰ ਹੀ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ ਕਰਦੇ ਰਹੇ ਤੇ ਅਗਲੇ ਦਿਨ ਹੀ ਉਹਨਾਂ ਇਹ ਸੰਸਾਰ ਛੱਡ ਦਿੱਤਾ। ਹੁਣ ਸਫ਼ਰ ਸ਼ੁਰੂ ਹੋਇਆ ਸਾਡੇ ਅਸਲ ਦੁੱਖਾਂ ਦਾ, ਜਦੋਂ ਸਾਨੂੰ ਦੁਕਾਨਾਂ ਸਾਂਭਣੀਆਂ ਪਈਆਂ। ਮੇਰੇ ਵੱਡੇ ਭਰਾ ਕਰਕੇ ਆਪਾਂ ਅਸਮਾਨ ਤੋਂ ਜ਼ਮੀਨ ਤੱਕ ਪਹੁੰਚ ਗਏ। ਮੇਰੇ ਵੱਡੇ ਭਰਾ ਦੇ ਵਿਵਹਾਰ ਕਰਕੇ ਸਾਡੀ ਗ੍ਰਾਹਕੀ ਬਹੁਤ ਖਰਾਬ ਹੋਈ। ਜਿੰਨਾ ਕੁ ਨਾਮ ਸਾਡੇ ਪਿਤਾ ਨੇ ਖੱਟਿਆ ਸੀ, ਉਹ ਸਾਰਾ ਕੁਝ ਸਾਲਾਂ ਦੇ ਵਿੱਚ ਹੀ ਮਿੱਟੀ ਹੋ ਗਿਆ। ਮੈਂ ਵੀ ਆਪਣੇ ਭਰਾ ਦੇ ਨਾਲ ਦੁਕਾਨ ਤੇ ਬੈਠਦਾ ਸੀ, ਪਰ ਮੇਰੀ ਕੌਣ ਸੁਣਦਾ। ਫਿਰ ਸਾਡੇ ਭਰਾ ਨੂੰ ਜੂਆ ਖੇਡਣ ਦੀ ਬੁਰੀ ਆਦਤ ਲੱਗ ਗਈ। ਜੂਆ ਖੇਡਿਆ ਤੇ ਹਾਰਦਾ ਰਿਹਾ। ਅਜਿਹੇ ਲੋਕਾਂ ਦੇ ਨਾਲ ਉੱਠਣੀ ਬੈਠਣੀ ਹੋ ਗਈ ਜਿਨ੍ਹਾਂ ਨੇ ਹੌਲੀ-ਹੌਲੀ ਕਰ ਸਾਡਾ ਸਾਰਾ ਪਰਿਵਾਰ ਹੀ ਖਾ ਲਿਆ। ਪਹਿਲਾਂ ਮੇਰੇ ਭਰਾ ਨੇ ਜਮ੍ਹਾਂ ਕੀਤਾ ਹੋਇਆ ਪੈਸਾ ਉਡਾ ਦਿੱਤਾ ਤੇ ਫਿਰ ਹੌਲੀ-ਹੌਲੀ ਪਲਾਟ ਜ਼ਮੀਨਾਂ ਵੇਚਣੀਆਂ ਤੇ ਜੂਆ ਖੇਡਣਾ। ਮੈਨੂੰ ਸਾਡੀ ਤਬਾਹੀ ਨਜ਼ਰੀ ਪੈ ਰਹੀ ਸੀ, ਸੋ ਮੈਂ ਸਮਾਂ ਦੇਖਦਿਆਂ ਆਪਣੇ ਛੋਟੇ ਭਰਾ ਨੂੰ ਕੈਨੇਡਾ ਭੇਜ ਦਿੱਤਾ। ਉਸ ਦੇ ਹਿੱਸੇ ਦੇ ਪੈਸੇ ਦੇ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਹੌਲੀ-ਹੌਲੀ ਕਰ ਸਾਡੀਆਂ ਦੁਕਾਨਾਂ ਵੀ ਵਿਕ ਗਈਆਂ ਤੇ ਫਿਰ ਸਾਰੇ ਪਲਾਟ ਵੀ ਵਿਕ ਗਏ। ਹੌਲੀ-ਹੌਲੀ ਕਰਕੇ ਸਾਡਾ ਘਰ ਵੀ ਉਸ ਦੇ ਜੂਏ ਦੇ ਵਿੱਚ ਹੀ ਵਿਕ ਗਿਆ ਤੇ ਹੁਣ ਤੱਕ ਮੇਰੇ ਕੋਲ ਕੋਈ ਹੱਲ ਨਹੀਂ ਸੀ। ਹੱਦ ਦਾ ਉਸ ਵੇਲੇ ਹੋ ਗਈ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਵੱਡੇ ਭਰਾ ਨੇ ਸ਼ਹਿਰ ਦੇ ਕਈ ਵੱਡੇ ਲੋਕਾਂ ਤੋਂ ਉਧਾਰ ਵੀ ਪੈਸਾ ਲਿਆ ਹੋਇਆ ਹੈ ਤੇ ਇੱਕ ਦਿਨ ਰਾਤੋਂ ਰਾਤ ਸਾਰਾ ਪੈਸਾ ਲੈ ਕੇ ਉਹ ਆਪਣੇ ਪਰਿਵਾਰ ਦੇ ਨਾਲ ਪੰਜਾਬ ਛੱਡ ਕੇ ਕਿਤੇ ਚਲਿਆ ਗਿਆ ਤੇ ਮੈਨੂੰ ਕੁਝ ਪਤਾ ਤੱਕ ਨਹੀਂ ਲੱਗਿਆ। ਹੁਣ ਮੈਂ ਇੱਥੇ ਆਪਣੀ ਸ਼ਰੀਫੀ ਕਰਕੇ ਫਸ ਗਿਆ। ਨਾ ਤਾਂ ਮੇਰੇ ਨਾਮ ਦੇ ਉੱਤੇ ਕੋਈ ਜ਼ਮੀਨ ਸੀ ਤੇ ਨਾ ਹੀ ਕੋਈ ਪਲਾਟ, ਤੇ ਮੈਂ ਕੀ ਕਰਦਾ। ਉਸ ਵੇਲੇ ਤੱਕ ਤਾਂ ਮੇਰਾ ਪਰਿਵਾਰ ਵੀ ਮੈਨੂੰ ਬੁਰਾ ਭਲਾ ਕਹਿ ਰਿਹਾ ਸੀ ਤੇ ਮੈਂ ਆਪਣੇ ਘਰੋਂ ਵੀ ਬੇਘਰ ਹੋ ਚੁੱਕਿਆ ਸੀ। ਕਿਰਾਏ ਜੋਗੇ ਮਕਾਨ ਦੇ ਲਈ ਸਾਡੇ ਕੋਲ ਪੈਸੇ ਵੀ ਨਹੀਂ ਸਨ। ਸੋ ਮੈਂ ਕੋਈ ਛੋਟਾ-ਮੋਟਾ ਕੰਮ ਕਰਨ ਦੀ ਸੋਚੀ ਤੇ 100 ਰੁਪਏ ਦਿਹਾੜੀ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਕਈ ਵਾਰ ਤਾਂ ਭੁੱਖਿਆ ਵੀ ਸੌਣਾ ਪਿਆ ਤੇ ਇੱਕ ਦਿਨ ਮੇਰੇ ਘਰਵਾਲੀ ਨੇ ਕਿਹਾ ਕਿ ਤੁਹਾਡੇ ਪਿਤਾ ਜੀ ਰੋਜ਼ਾਨਾ ਦਰਬਾਰ ਸਾਹਿਬ ਜਾਂਦੇ ਸੀ ਤੇ ਸੇਵਾ ਕਰਦੇ ਸੀ। ਜਦੋਂ ਦੇ ਉਹ ਗਏ ਨੇ ਤੇ ਇਹ ਤਬਾਹੀ ਦਾ ਸਫ਼ਰ ਸ਼ੁਰੂ ਹੋਇਆ ਹੈ। ਤੁਸੀਂ ਵੀ ਕਿਸੇ ਤਰ੍ਹਾਂ ਕਰ ਸਮਾਂ ਕੱਢ ਕੇ ਦਰਬਾਰ ਸਾਹਿਬ ਜ਼ਰੂਰ ਜਾ ਕੇ ਸੇਵਾ ਕਰਿਆ ਕਰੋ। ਮੈਨੂੰ ਵੀ ਆਪਣੀ ਘਰਵਾਲੀ ਦੀ ਗੱਲ ਬਿਲਕੁਲ ਸਹੀ ਲੱਗੀ ਤੇ ਮੈਂ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਗਿਆ ਤੇ ਉੱਥੇ ਜਾ ਕੇ ਅਰਦਾਸ ਕੀਤੀ, ਜਿਸ ਤੋਂ ਬਾਅਦ ਆਪਾਂ ਬਰਤਨਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ। ਮਨ ਸ਼ਾਂਤ ਹੋਇਆ ਤੇ ਸੇਵਾ ਦੇ ਵਿੱਚ ਮਨ ਵੀ ਲੱਗਿਆ। ਰੋਜ਼ਾਨਾ ਇਸੇ ਤਰ੍ਹਾਂ ਸੇਵਾ ਕਰਦੇ ਰਹੇ। ਅਸਲ ਵਿੱਚ ਗੱਲ ਤਾਂ ਇਹ ਸੀ ਕਿ ਦਰਬਾਰ ਸਾਹਿਬ ਦੇ ਵਿੱਚੋਂ ਸਾਨੂੰ 3 ਸਮੇਂ ਦਾ ਲੰਗਰ ਵੀ ਮਿਲ ਜਾਂਦਾ ਸੀ, ਜਿਸ ਕਰਕੇ ਸਾਡੇ ਰੋਟੀ ਦੇ ਪੈਸੇ ਵੀ ਬਚਦੇ ਸੀ। ਆਪਾਂ ਕਿਰਾਏ ਦੇ ਘਰ ਦੇ ਉੱਤੇ ਰਹਿੰਦੇ ਸੀ, ਪਰ ਹੌਲੀ-ਹੌਲੀ ਕਰਕੇ ਸਾਨੂੰ ਘਰ ਦਾ ਕਿਰਾਇਆ ਕੱਢਣਾ ਵੀ ਔਖਾ ਲੱਗਣ ਲੱਗਿਆ ਤੇ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਜੱਦੀ ਘਰ ਰਹਿਣਾ ਸ਼ੁਰੂ ਕੀਤਾ, ਜੋ ਕਿ ਕਾਫੀ ਸਮੇਂ ਤੋਂ ਛੱਡ ਦਿੱਤਾ ਸੀ ਤੇ ਖਾਸਾ ਹਾਲਤ ਦੇ ਵਿੱਚ ਬੰਦ ਪਿਆ ਹੋਇਆ ਸੀ। ਸੋ ਉੱਥੇ ਜੱਦੀ ਘਰ ਦੇ ਵਿੱਚ ਜਾਣਾ ਸ਼ਾਇਦ ਸਾਡੀ ਸੇਵਾ ਦਾ ਹੀ ਫਲ ਸੀ। ਕਾਫੀ ਔਖੇ ਦਿਨ ਕੱਟੇ। ਮੀਂਹ ਦੇ ਦਿਨਾਂ ਦੇ ਵਿੱਚ ਉਹ ਘਰ ਚੋਣਾ ਤੇ ਸਾਨੂੰ ਡਰ ਲੱਗਿਆ ਰਹਿਣਾ ਕਿ ਪਤਾ ਨਹੀਂ ਕਿਹੜੇ ਵੇਲੇ ਇਹ ਘਰ ਦੀ ਛੱਤ ਡਿੱਗ ਜਾਣੀ ਹੈ। ਸੋ ਆਪਾਂ ਸੇਵਾ ਜਾਰੀ ਰੱਖੀ, ਕਿਉਂਕਿ ਕਿਤੇ ਨਾ ਕਿਤੇ ਇੱਕ ਵਿਸ਼ਵਾਸ ਸਾਡੇ ਦਿਲਾਂ ਦੇ ਵਿੱਚ ਬਣ ਚੁੱਕਿਆ ਸੀ। ਇੰਝ ਹੀ ਇੱਕ ਦਿਨ ਬੱਚੇ ਘਰ ਦੀ ਸਫਾਈ ਕਰ ਰਹੇ ਸੀ ਤੇ ਉਹਨਾਂ ਨੂੰ ਕੁਝ ਕਾਗਜ਼ ਮਿਲੇ। ਉਹਨਾਂ ਨੇ ਉਹ ਕਾਗਜ਼ ਮੈਨੂੰ ਲਿਆ ਕੇ ਦਿਖਾਏ। ਪਹਿਲਾਂ ਤਾਂ ਉਹ ਕਾਗਜ਼ ਮੈਨੂੰ ਰੱਦੀ ਲੱਗੇ, ਪਰ ਲੀਗਲ ਕਾਗਜ਼ ਹੋਣ ਕਰਕੇ ਮੈਂ ਉਹਨਾਂ ਨੂੰ ਪੜ੍ਹਿਆ। ਮੈਂ ਹੈਰਾਨ ਉਸ ਵੇਲੇ ਹੋਇਆ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੇਰੇ ਨਾਮ ਦੇ ਉੱਤੇ 2 ਪਲਾਟ ਹਨ, ਜਿਨ੍ਹਾਂ ਦਾ ਕਿਸੇ ਨੂੰ ਅੱਜ ਤੱਕ ਪਤਾ ਤੱਕ ਨਹੀਂ ਸੀ। ਵਕੀਲ ਤੇ ਪਟਵਾਰੀ ਦੀ ਸਹਾਇਤਾ ਲਈ ਤਾਂ ਸੱਚ ਵਿੱਚ ਹੀ ਉਹ ਜ਼ਮੀਨ ਮੇਰੇ ਨਾਮ ਦੇ ਉੱਤੇ ਨਿਕਲੀ, ਜੋ ਮੇਰੇ ਪਿਤਾ ਨੇ ਕਾਫੀ ਸਮਾਂ ਪਹਿਲਾਂ ਹੀ ਮੇਰੇ ਨਾਮ ਕਰ ਦਿੱਤੀ ਸੀ। ਤੇ ਜਦੋਂ ਮੈਨੂੰ ਉਸ ਜ਼ਮੀਨ ਦਾ ਮੁੱਲ ਪਤਾ ਲੱਗਿਆ ਤਾਂ ਮੁੱਲ ਸੁਣ ਕੇ ਮੈਂ ਇੱਕ ਵਾਰ ਬੇਹੋਸ਼ ਹੀ ਹੋਣ ਲੱਗਿਆ ਸੀ।
ਉਹ ਜਗ੍ਹਾ ਸ਼ਹਿਰ ਦੇ ਵਿੱਚੋਂ ਵਿੱਚ ਸੀ, ਜਿਸ ਦੇ ਇੱਕ ਪਲਾਟ ਦੀ ਕੀਮਤ 5 ਤੋਂ 6 ਕਰੋੜ ਰੁਪਏ ਇਸ ਸਮੇਂ ਦੀ ਹੈ ਤੇ ਦੂਸਰੇ ਪਲਾਟ ਦੀ ਕੀਮਤ 2 ਕਰੋੜ ਰੁਪਏ ਇਸ ਸਮੇਂ ਦੀ ਹੈ। ਸੋਚਣ ਵਾਲੀ ਗੱਲ ਹੈ ਕਿ ਕਈ ਸਾਲਾਂ ਤੱਕ ਉਹ ਕਰੋੜਾਂ ਰੁਪਇਆ ਉਸ ਖੰਡਰ ਮਕਾਨ ਦੇ ਵਿੱਚ ਛੁਪਿਆ ਰਿਹਾ ਤੇ ਸਾਨੂੰ ਪਤਾ ਤੱਕ ਨਹੀਂ ਲੱਗਦਾ ਜੇਕਰ ਗੁਰੂ ਸਾਹਿਬ ਦੀ ਸਾਡੇ ਉੱਤੇ ਕਿਰਪਾ ਨਾ ਹੁੰਦੀ ਤੇ ਨਾ ਹੀ ਆਪਾਂ ਉਸ ਘਰ ਦੇ ਵੱਲ ਕਦੀ ਮੂੰਹ ਕਰਦੇ। ਜਦੋਂ ਮੈਂ ਉਹ ਪਲਾਟ ਜਾ ਕੇ ਦੇਖੇ ਤਾਂ ਮੇਰੇ ਅੱਖਾਂ ਦੇ ਵਿੱਚ ਪਾਣੀ ਆ ਗਿਆ, ਕਿਉਂਕਿ ਉਹੀ ਪਲਾਟਾਂ ਦੇ ਵਿੱਚ ਬੈਠ ਕੇ ਕਈ ਦੁਪਹਿਰਾਂ ਆਪਾਂ ਆਰਾਮ ਕੀਤਾ ਸੀ ਤੇ ਮੈਨੂੰ ਪਤਾ ਤੱਕ ਨਹੀਂ ਸੀ ਕਿ ਇਹ ਜ਼ਮੀਨ ਮੇਰੀ ਹੈ। ਸੋ ਮੈਂ ਆਪਣਾ 2 ਕਰੋੜ ਰੁਪਏ ਵਾਲਾ ਪਲਾਟ ਵੇਚ ਕੇ ਪਹਿਲਾ ਦਸਵੰਧ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲਗਾ ਦਿੱਤਾ। ਉਸੇ ਜੱਦੀ ਘਰ ਨੂੰ ਢਾਹ ਕੇ ਮੈਂ ਉੱਥੇ ਮਕਾਨ ਬਣਾਇਆ, ਬੱਚਿਆਂ ਦੀ ਪੜ੍ਹਾਈ ਕਰਵਾਈ ਤੇ ਆਪਣੀ ਇੱਕ ਦੁਕਾਨ ਖਰੀਦ ਕੇ ਦੁਬਾਰਾ ਕੱਪੜੇ ਦਾ ਕੰਮ ਸ਼ੁਰੂ ਕੀਤਾ। ਅੱਜ ਮੇਰਾ ਕੰਮ ਵਧੀਆ ਚੱਲ ਰਿਹਾ ਹੈ ਤੇ ਵਧੀਆ ਦਿਹਾੜੀ ਬਣ ਜਾਂਦੀ ਹੈ, ਜਿਸ ਨਾਲ ਮੇਰਾ ਪਰਿਵਾਰ ਬਿਲਕੁਲ ਖੁਸ਼ ਹੈ। ਆਪਣੇ ਬੱਚਿਆਂ ਦੇ ਨਾਮ ਦੇ ਉੱਤੇ ਕੁਝ ਪੈਸੇ ਲਗਾ ਦਿੱਤੇ ਤੇ 5-6 ਕਰੋੜ ਰੁਪਏ ਵਾਲਾ ਪਲਾਟ ਹਾਲੇ ਵੀ ਮੇਰੇ ਕੋਲ ਹੀ ਪਿਆ ਹੈ। ਪਰ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਨਾ ਤਾਂ ਮੇਰੇ ਵੱਡੇ ਭਰਾ ਨੇ ਮੇਰੀ ਸਾਰ ਲਈ ਤੇ ਨਾ ਹੀ ਛੋਟੇ ਨੇ। ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਮੇਰਾ ਵੱਡਾ ਭਰਾ ਦਿੱਲੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਐਸ਼ ਵਿੱਚ ਰਹਿ ਰਿਹਾ ਹੈ, ਜਿਸ ਨੇ ਕਰੋੜਾਂ ਅਰਬਾਂ ਰੁਪਇਆ ਮਿੱਟੀ ਕਰ ਦਿੱਤਾ। ਤੇ ਮੇਰਾ ਛੋਟਾ ਭਰਾ, ਜਿਸ ਦਾ ਮੈਂ ਸਾਥ ਦੇ ਕੇ ਉਸ ਨੂੰ ਕੈਨੇਡਾ ਭੇਜਿਆ ਸੀ, ਉਸ ਨੇ ਮੁੜ ਮੇਰਾ ਕਦੀ ਫੋਨ ਹੀ ਨਹੀਂ ਚੁੱਕਿਆ। ਪਰ ਮੈਂ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨੂੰ ਕਿਵੇਂ ਭੁੱਲ ਸਕਦਾ ਸੀ, ਜਿਸ ਨੇ ਮੇਰੇ ਹਰ ਪਲ ਹਰ ਮਾੜੀ ਘੜੀ ਦੇ ਵਿੱਚ ਸਾਥ ਦਿੱਤਾ ਤੇ ਮੈਨੂੰ ਇੱਥੇ ਤੱਕ ਪਹੁੰਚਾਇਆ। ਮਰਦੇ ਦਮ ਤੱਕ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦਾ ਰਹਾਂਗਾ ਤੇ ਸੰਗਤਾਂ ਦੇ ਝੂਠੇ ਬਰਤਨਾਂ ਨੂੰ ਸਾਫ਼ ਕਰਕੇ ਆਪਣੇ ਜੀਵਨ ਦੀ ਮੈਲ ਧੋਂਦਾ ਰਹਾਂਗਾ। ਫਿਰ ਚਾਹੇ ਮੈਂ ਜਿੱਡਾ ਮਰਜ਼ੀ ਵੱਡਾ ਬੰਦਾ ਕਿਉਂ ਨਾ ਬਣ ਜਾਵਾਂ। ਮੈਂ ਆਪਣੇ ਬੱਚਿਆਂ ਨੂੰ ਵੀ ਗੁਰੂ ਘਰ ਦੀ ਸੇਵਾ ਦੇ ਵਿੱਚ ਲਗਾ ਦਿੱਤਾ ਹੈ, ਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਦੇ ਉੱਤੇ ਅੱਜ ਤੋਂ ਹੀ ਬਣੀ ਰਹੇ ਤੇ ਮੇਰੇ ਵੱਡੇ ਭਰਾ ਵਾਂਗ ਉਹ ਕਿਸੇ ਗਲਤ ਕੰਮਾਂ ਦੇ ਵਿੱਚ ਪੈ ਕੇ ਆਪਣਾ ਜੀਵਨ ਨਾ ਖਰਾਬ ਕਰ ਲੈਣ।